हेलो एवरीवन वेलकम टू विक्टर्स नॉलेज दिस इज चीनू शर्मा सो ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਇੰਪੋਰਟੈਂਟ ਸਟ੍ਰੈਟਜੀ ਦਾ ਸੈਸ਼ਨ ਲੈ ਕੇ ਆਈ ਹਾਂ ਔਨ PSSB ਐਸ ਵੈਲ ਐਸ PPSC ਐਗਜ਼ਾਮਸ ਸੋ ਪੰਜਾਬ ਪੁਲਿਸ ਦਾ ਪੇਪਰ ਹੋ ਚੁੱਕਿਆ ਐਂਡ ਆਈ ਹੋਪ ਤੁਹਾਡਾ ਪੇਪਰ ਵਧੀਆ ਹੋਇਆ ਹੋਊਗਾ ਹਜੇ ਵੀ ਬਹੁਤ ਸਾਰੀਆਂ ਅਪੋਰਚੁਨਿਟੀਜ਼ ਆਪਣੇ ਹੱਥ ਵਿੱਚ ਨੇ ਜਿਨ੍ਹਾਂ ਨੂੰ ਆਪਾਂ ਬਿਲਕੁਲ ਇਗਨੋਰ ਨਹੀਂ ਕਰ ਸਕਦੇ ਆਪਾਂ ਮਿਸ ਨਹੀਂ ਕਰ ਸਕਦੇ ਤੇ ਇੱਕ ਇੰਪੋਰਟੈਂਟ ਚੀਜ਼ ਤੁਸੀਂ ਕਦੇ ਵੀ ਇਹ ਨਹੀਂ ਕਿ ਇੱਕ ਪੇਪਰ ਹੋ ਗਿਆ ਤਾਂ ਆਪਣੀ ਤਿਆਰੀ ਦੇ ਵਿੱਚ 15-20 ਦਿਨ ਦਾ ਗੈਪ ਪਾਓ ਇਹੀ ਅਸਲੀ ਟਾਈਮ ਹੁੰਦਾ ਹੈ ਜਦੋਂ ਤੁਸੀਂ ਆਲਰੇਡੀ ਕਿਸੇ ਪੇਪਰ ਨੂੰ ਦੇ ਕੇ ਹਟੇ ਹੁੰਨੇ ਹੋ ਤਾਂ ਤੁਸੀਂ ਥੋੜਾ ਚਾਰਜ ਅਪ ਹੁੰਨੇ ਹੋ ਉੱਥੇ ਤੁਸੀਂ ਗੈਪ ਪਾਉਣ ਦੀ ਬਜਾਏ ਅਗਲੇ ਪੇਪਰ ਦੀ ਤਿਆਰੀ ਜੇ ਤੁਸੀਂ ਕੋਈ ਹੋਰ ਪੇਪਰ ਫਿਲ ਕੀਤਾ ਹੈ ਸਟਾਰਟ ਕਰ ਦਿਆ ਕਰੋ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਡਾਊਟਫੁਲ ਹੈ ਸਿਲੈਕਸ਼ਨ ਤੁਹਾਡਾ ਅਟੈਂਪਟ ਜ਼ਿਆਦਾ ਸਹੀ ਨਹੀਂ ਹੋਇਆ ਕਿਉਂਕਿ ਜਦੋਂ ਤੁਸੀਂ ਆਲਰੇਡੀ ਕਿਸੇ ਪੇਪਰ ਦੀ ਤਿਆਰੀ ਦੇ ਫਲੋ ਵਿੱਚ ਹੁੰਨੇ ਹੋ ਤਾਂ ਤੁਹਾਡਾ ਇੱਕ ਮਾਈਂਡਸੈਟ ਤਿਆਰ ਹੋਇਆ ਹੁੰਦਾ ਹੈ ਸੋ ਉੱਥੇ ਤੁਹਾਨੂੰ ਗੈਪ ਪਾਉਣ ਦੀ ਬਜਾਏ ਅਗਲੇ ਪੇਪਰਾਂ ਦੀ ਤਿਆਰੀ 1-2 ਦਿਨ ਦੀ ਰਿਲੈਕਸੇਸ਼ਨ ਤੋਂ ਬਾਅਦ ਸਟਾਰਟ ਕਰ ਦੇਣੀ ਚਾਹੀਦੀ ਹੈ ਸੋ ਇਹੀ ਇੱਕ ਸਹੀ ਸਟ੍ਰੈਟਜੀ ਹੁੰਦੀ ਹੈ ਇੱਕ ਪਰਫੈਕਟ ਐਸਪੀਰੈਂਟ ਦੀ ਐਗਜ਼ਾਮਪਲ ਹੁੰਦੀ ਹੈ ਸੋ ਹੁਣ ਆਪਾਂ ਅੱਜ ਦੇਖਾਂਗੇ ਇਸ ਲੈਕਚਰ ਦੇ ਅੰਦਰ PSSB ਤੇ PPSC ਹੁਣ ਇਹ ਦੋ ਅਲੱਗ-ਅਲੱਗ ਡਿਪਾਰਟਮੈਂਟ ਵਿਭਾਗਾਂ ਦੇ ਪੇਪਰ ਲੈਂਦੇ ਨੇ ਪਰ ਇਹਨਾਂ ਦੇ ਜਿਹੜੇ ਪੇਪਰ ਨੇ ਕਾਫੀ ਸਾਰੇ ਸਟੂਡੈਂਟਸ ਇਸ ਚੀਜ਼ ਵਿੱਚ ਕਨਫਿਊਜ਼ ਹੋ ਜਾਂਦੇ ਨੇ ਕਿ ਕੀ ਅਸੀਂ ਦੋਨਾਂ ਦੀ ਬਿਲਕੁਲ ਸੇਮ ਲੈਵਲ ਦੀ ਤਿਆਰੀ ਕਰ ਸਕਦੇ ਹਾਂ ਦੋਨਾਂ ਦੀ ਇਕੱਠੇ ਤਿਆਰੀ ਕਰ ਸਕਦੇ ਹਾਂ ਸੋ ਇਹ ਦੋ ਵੱਖ-ਵੱਖ ਵਿਭਾਗਾਂ ਦੇ ਆਧਾਰ ਤੇ ਆਪਾਂ ਨੇ ਸਮਾਰਟ ਤਿਆਰੀ ਕਿਵੇਂ ਕਰਨੀ ਹੈ ਕਿਉਂਕਿ ਬਹੁਤ ਸਾਰੇ ਆਲਮੋਸਟ 90% ਸਟੂਡੈਂਟਸ ਨੇ ਜਿਨ੍ਹਾਂ ਨੇ ਦੋਨੋਂ ਡਿਪਾਰਟਮੈਂਟ ਦੇ ਅਲੱਗ-ਅਲੱਗ ਪੇਪਰ ਭਰੇ ਹੋਏ ਨੇ ਸੋ ਅੱਜ ਆਪਾਂ ਜਿਹੜੇ ਅਪਕਮਿੰਗ ਇੰਪੋਰਟੈਂਟ ਜਨਰਲ ਕਾਮਨ ਪੇਪਰ ਨੇ ਜਿਨ੍ਹਾਂ ਦੀ ਜ਼ਿਆਦਾਤਰ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਗ੍ਰੈਜੂਏਸ਼ਨ ਬੇਸਡ ਹੈ ਜਾਂ ਨਾਲ ਕੋਈ ਇੱਕ ਅੱਧਾ ਕੰਪਿਊਟਰ ਦਾ ਕੋਰਸ ਉਹਨਾਂ ਨੇ ਮੰਗਿਆ ਹੋਇਆ ਹੈ ਕੋਈ ਮਤਲਬ ਸਪੈਸੀਫਿਕ ਕਿਸੇ ਕੇਡਰ ਦੀ ਜਾਂ ਕੋਈ ਸਪੈਸੀਫਿਕ ਕਿਸੇ ਪ੍ਰੋਫੈਸ਼ਨ ਦੇ ਨਾਲ ਰਿਲੇਟਡ ਨਹੀਂ ਹੈ ਉਹ ਜਨਰਲ ਐਗਜ਼ਾਮ ਹੈ ਜਨਰਲ ਗ੍ਰੈਜੂਏਸ਼ਨ ਬੇਸ ਦੇ ਉੱਤੇ ਜਿਹਦੇ 90% ਸਟੂਡੈਂਟਸ ਤਿਆਰੀ ਕਰ ਰਹੇ ਨੇ ਸੋ ਉਹ ਆਪਾਂ ਸਾਰੇ ਪੇਪਰਾਂ ਦੀ ਅੱਜ ਪਹਿਲਾਂ ਸਿਲੇਬਸ ਦੀ ਡਿਸਕਸ਼ਨ ਕਰਾਂਗੇ ਪੈਟਰਨ ਸਮਝਾਂਗੇ ਤੇ ਲਾਸਟ ਵਿੱਚ ਮੈਂ ਤੁਹਾਨੂੰ ਇੱਕ ਇੰਪੋਰਟੈਂਟ ਚੀਜ਼ ਸਮਝਾਉਂਗੀ ਕਿ ਤੁਸੀਂ ਕਿਸ ਰੇਸ਼ੋ ਦੇ ਵਿੱਚ ਤਿਆਰੀ ਕਰਨੀ ਹੈ ਸਟੈਟਿਕ ਤੇ ਕਰੰਟ ਪੋਰਸ਼ਨ ਦੀ ਕਿੰਨੇ ਪਰਸੈਂਟ PSSB ਦੇ ਵਿੱਚ ਤੁਸੀਂ ਸਟੈਟਿਕ ਪੋਰਸ਼ਨ ਕਰਨਾ ਹੈ ਕਿੰਨੇ ਪਰਸੈਂਟ ਤੁਸੀਂ ਕਰੰਟ ਕਰਨਾ ਹੈ PPSC ਦਾ ਕੀ ਪੈਟਰਨ ਹੋਣਾ ਚਾਹੀਦਾ ਹੈ ਕੁਐਸਚਨਸ ਕਿਵੇਂ ਦੇ ਐਕਸਪੈਕਟ ਕਰ ਦਾਂਗੇ ਆਪਾਂ ਸੋ ਇਹ ਸਾਰੀਆਂ ਚੀਜ਼ਾਂ ਅੱਜ ਆਪਾਂ ਇਸ ਲੈਕਚਰ ਵਿੱਚ ਕਰਾਂਗੇ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਐਂਡ ਤੇ ਜੋ ਮੇਰਾ ਇੱਕ ਪੇਡ ਕੋਰਸ ਹੈ ਐਕਸਾਈਜ਼ ਇੰਸਪੈਕਟਰ ਦਾ ਉਹਦੀਆਂ ਡੀਟੇਲਸ ਸ਼ੇਅਰ ਕਰੂੰਗੀ ਕਿਉਂਕਿ ਕਾਫੀ ਸਾਰੇ ਸਟੂਡੈਂਟਸ ਦੀ ਡਿਮਾਂਡ ਆ ਰਹੀ ਸੀ ਵੈਸੇ ਜਿਹੜਾ ਕੋਰਸ ਹੈ ਆਲਰੇਡੀ ਮੈਂ ਖਤਮ ਕਰਵਾ ਚੁੱਕੀ ਹਾਂ ਜੂਨ ਵਿੱਚ ਹੀ ਕਿਉਂਕਿ ਆਪਾਂ ਨੂੰ ਪੇਪਰ ਇਹ ਪਹਿਲਾਂ ਪੋਸਟਪੋਨ ਹੋਣ ਤੋਂ ਪਹਿਲਾਂ ਜਲਦੀ ਐਕਸਪੈਕਟਡ ਸੀ ਪਰ ਫਿਰ ਇਹ ਪੋਸਟਪੋਨ ਹੋ ਗਿਆ ਪਰ ਹੁਣ ਦੁਬਾਰਾ ਤੋਂ ਮੈਂ ਸਟੂਡੈਂਟਸ ਦੀ ਡਿਮਾਂਡ ਦੇ ਉੱਤੇ ਨਵੇਂ ਸ਼ਡਿਊਲ ਦੇ ਨਾਲ ਪੂਰਾ ਦਾ ਪੂਰਾ ਕੋਰਸ ਦੁਬਾਰਾ ਕਰਵਾ ਰਹੀ ਹਾਂ ਕਿਉਂਕਿ ਜਦੋਂ ਤੁਹਾਨੂੰ ਰਿਕਾਰਡਡ ਫਾਰਮ ਦੇ ਵਿੱਚ ਇਕੱਠੇ ਲੈਕਚਰਸ ਮਿਲਦੇ ਨੇ ਤਾਂ ਕਾਫੀ ਸਟੂਡੈਂਟਸ ਉੱਤੇ ਕਨਫਿਊਜ਼ ਹੋ ਜਾਂਦੇ ਨੇ ਇਸੇ ਲਈ ਤੁਹਾਨੂੰ ਡੇਲੀ ਬੇਸਿਸ ਤੇ ਪ੍ਰੋਪਰ ਸ਼ਡਿਊਲ ਤੁਹਾਡੇ ਹੱਥ 'ਚ ਹੋਵੇ 2-2 3-3 ਲੈਕਚਰ ਮਿਲਦੇ ਰਹਿਣ ਥੋੜਾ ਇੱਕ ਲਿੰਕ ਬਣਿਆ ਰਵੇ ਸੋ ਉਹਦੇ ਲਈ ਤੁਹਾਨੂੰ ਮੈਂ ਪ੍ਰੋਪਰ ਸ਼ਡਿਊਲ ਦੇ ਅਕੋਰਡਿੰਗ ਦੁਬਾਰਾ ਤੋਂ ਲੈਕਚਰਸ ਕਰਵਾਉਂਗੀ ਇੱਕ ਹੋਰ ਇੰਪੋਰਟੈਂਟ ਚੀਜ਼ ਜਿਹੜੇ ਸਟੂਡੈਂਟਸ ਨੇ ਪਹਿਲਾਂ ਇਹ ਕੋਰਸ ਖਰੀਦਿਆ ਹੋਇਆ ਇਹਦੇ ਵਿੱਚ ਐਨਰੋਲਡ ਨੇ ਉਹ ਵੀ ਸ਼ਡਿਊਲ ਦੇ ਵਿੱਚੋਂ ਦੇਖ ਸਕਦੇ ਨੇ ਮੈਂ ਟਰਾਈ ਕਰੂੰਗੀ ਕਿ ਜੋ ਮੈਂ ਟਾਈਮ ਟੇਬਲ ਸ਼ੇਅਰ ਕਰਾਂ ਉਹਦੇ 'ਚ ਟੌਪਿਕਸ ਵੀ ਮੈਂਸ਼ਨ ਕਰਦਾ ਸੋ ਦੈਟ ਤੁਹਾਨੂੰ ਈਜ਼ੀ ਹੋ ਜਾਵੇ ਆਲਰੇਡੀ ਐਨਰੋਲਡ ਸਟੂਡੈਂਟਸ ਨੂੰ ਤੁਸੀਂ ਉੱਥੋਂ ਦੇਖ ਲਓ ਕਿ ਤੁਹਾਡਾ ਕਿਹੜਾ ਟੌਪਿਕ ਪਹਿਲਾਂ ਵਾਲੇ ਕੋਰਸ ਵਿੱਚ ਨਹੀਂ ਮੈਂ ਕਰਵਾਇਆ ਹੋਇਆ ਸੋ ਤੁਸੀਂ ਉਹ ਵਾਲਾ ਲੈਕਚਰ ਲਗਾ ਸਕਦੇ ਹੋ ਤੁਹਾਨੂੰ ਸਾਰੇ ਦੇ ਸਾਰੇ ਲੈਕਚਰਸ ਦੁਬਾਰਾ ਤੋਂ ਮਿਲਣਗੇ ਫ੍ਰੀ ਆਫ ਕਾਸਟ ਤੇ ਇੱਕ ਹੋਰ ਇੰਪੋਰਟੈਂਟ ਚੀਜ਼ ਇਹ ਕੋਰਸ ਜੂਨ ਵਿੱਚ ਖਤਮ ਹੋ ਗਿਆ ਸੀ ਸੋ ਹੁਣ ਆਪਾਂ ਇਹ ਪੇਪਰ ਜਨਵਰੀ ਵਿੱਚ ਐਕਸਪੈਕਟ ਕਰ ਰਹੇ ਹਾਂ ਡੇਟ ਆਲਰੇਡੀ ਆਊਟ ਹੋ ਚੁੱਕੀ ਹੈ ਤੇ ਆਪਾਂ ਮੰਨ ਕੇ ਚੱਲ ਰਹੇ ਹਾਂ ਕਿ ਫਾਈਨਲੀ ਹੁਣ ਜਨਵਰੀ ਵਿੱਚ ਪੇਪਰ ਹੋ ਜਾਊਗਾ ਸੋ ਜਨਵਰੀ 2022 ਤੋਂ ਲੈ ਕੇ ਨਵੰਬਰ 2022 ਤੱਕ ਦੇ ਕਰੰਟ ਅਫੇਅਰ ਵੀਡੀਓ ਫਾਰਮ ਦੇ ਵਿੱਚ ਕਰੰਟ ਅਫੇਅਰ ਮੈਂ ਇਸ ਕੋਰਸ ਦੇ ਵਿੱਚ ਕਰਵਾਉਂਗੀ ਸੋ ਪਹਿਲਾਂ ਵਾਲੇ ਸਟੂਡੈਂਟਸ ਨੂੰ ਸਿਰਫ ਮਈ ਤੱਕ ਦੇ ਕਰੰਟ ਅਫੇਅਰ ਮਿਲੇ ਸੀ ਸੋ ਜੂਨ ਤੋਂ ਜਿਹੜੇ ਕਰੰਟ ਅਫੇਅਰਸ ਨੇ ਉਹ ਤੁਹਾਨੂੰ ਹੁਣ ਮਿਲ ਜਾਣਗੇ ਨਾਓ ਲੈਟਸ ਗੈਟ ਸਟਾਰਟਡ Also, if you're visiting my channel for the first time or you haven't subscribed to it, kindly subscribe to it, share it, support it. So, ਦੋ ਵਿਭਾਗ ਨੇ ਇੱਕ ਹੈ PSSB ਦੂਜਾ ਹੈ PPSC ਜਿਨ੍ਹਾਂ ਦੇ ਪੇਪਰ ਆਪਣੇ ਸਾਹਮਣੇ ਪਏ ਨੇ ਇੰਪੋਰਟੈਂਟ ਕਾਮਨ ਜਿਹੜੇ ਮੇਨ ਪੇਪਰ ਨੇ ਜਿਨ੍ਹਾਂ ਦੀ ਜ਼ਿਆਦਾਤਰ ਸਟੂਡੈਂਟ ਤਿਆਰੀ ਕਰ ਰਹੇ ਨੇ ਉਹਦੇ ਵਿੱਚੋਂ ਇੱਕ ਹੈ ਕਲਰਕ ਕਮ DO 4 ਦਸੰਬਰ 2022 ਵੀਡੀਓ ਦਾ ਪੇਪਰ ਹੋਣਾ 8 ਜਨਵਰੀ 2023 ਕਲਰਕ ਦਾ 15 ਜਨਵਰੀ 2023 ਐਕਸਾਈਜ਼ ਟੈਕਸੇਸ਼ਨ ਦਾ 22 ਜਨਵਰੀ 2023 ਦੂਜੇ ਪਾਸੇ ਆਪਾਂ ਗੱਲ ਕਰਾਂਗੇ ਜੇ PPSC ਦਾ ਆਪਾਂ ਮੰਨ ਕੇ ਚੱਲ ਰਹੇ ਹਾਂ ਕਿ PPSC ਦਾ ਪੇਪਰ ਵੀ ਜਨਵਰੀ ਫਰਵਰੀ ਦੇ ਵਿੱਚ ਹੋਣ ਦੇ ਹੀ ਚਾਂਸ ਨੇ ਜਿਹੜਾ ਸੀਨੀਅਰ ਅਸਿਸਟੈਂਟ ਦਾ ਅਲੱਗ-ਅਲੱਗ ਡਿਪਾਰਟਮੈਂਟ ਦਾ ਜੁਆਇੰਟ ਪੇਪਰ ਹੋਣਾ
सो हुण आपां पैटर्न सब तो पहला समझते हैं। PSSB ਦੇ ਜਿਹੜੇ ਪੇਪਰ ਨੇ, ਕਲਰਕ ਹੈ, ਚਾਹੇ DEO ਦਾ ਪੇਪਰ ਹੈ, ਐਕਸਾਈਜ਼ ਇੰਸਪੈਕਟਰ ਦਾ ਪੇਪਰ ਹੈ, ਤਿੰਨਾਂ ਦਾ ਸਿਲੇਬਸ ਵਰਡ ਟੂ ਵਰਡ ਬਿਲਕੁਲ ਐਗਜ਼ੈਕਟਲੀ ਸੇਮ ਹੈ। ਹੁਣ ਇਹਦੇ ਵਿੱਚ ਟੋਟਲ 120 ਕੁਐਸਚਨ ਹੋਣਗੇ। ਇੱਕ ਨੰਬਰ ਦਾ ਇੱਕ ਕੁਐਸਚਨ ਹੋਊਗਾ, ਨੈਗੇਟਿਵ ਮਾਰਕਿੰਗ ਹੋਊਗੀ। ਸੋ 120 ਕੁਐਸਚਨ ਹੋਣਗੇ ਇਹ ਤਿੰਨਾਂ ਪੇਪਰਾਂ 'ਚ। ਟੋਟਲ ਨੰਬਰ ਨੇ 120। ਸਭ ਤੋਂ ਪਹਿਲਾਂ 30 ਨੰਬਰ ਦਾ ਜਨਰਲ ਨੌਲੇਜ ਦਾ ਪਾਰਟ ਆਉਣਾ। ਹੁਣ ਮੈਂ ਤੁਹਾਨੂੰ ਨਾਲ ਨਾਲ ਦੱਸੀ ਜਾਊਂਗੀ ਕਿ ਵੀਡੀਓ ਦਾ ਜਿਹੜਾ ਪੇਪਰ ਹੈ ਵਿਲੇਜ ਡਿਵੈਲਪਮੈਂਟ ਆਫਿਸਰ ਦਾ, ਕਿਉਂਕਿ ਉਹਦੇ ਲਈ ਕਾਫੀ ਸਾਰੇ ਸਟੂਡੈਂਟ ਕਨਫਿਊਜ਼ ਨੇ ਜੋ ਐਕਸਾਈਜ਼ ਦੀ ਤਿਆਰੀ ਕਰ ਰਹੇ ਨੇ, ਕਲਰਕ ਦੀ। ਉਹਨਾਂ ਨੂੰ ਲੱਗ ਰਿਹਾ ਕਿ ਵੀਡੀਓ ਦਾ ਪੇਪਰ ਸ਼ਾਇਦ ਬਹੁਤ ਹੀ ਕੁਝ ਅਲੱਗ ਹੈ, ਅਸੀਂ ਇਹਦੀ ਅਲੱਗ ਤੋਂ ਤਿਆਰੀ ਕਰਾਂਗੇ। ਪਰ ਵੀਡੀਓ ਦੇ ਪੇਪਰ ਦੇ ਵਿੱਚ ਸਿਰਫ ਇਹਨਾਂ ਨੇ ਕੁਝ ਸਬਜੈਕਟ ਹਟਾਤੇ ਐਕਸਾਈਜ਼ ਕਲਰਕ ਨਾਲੋਂ। ਨੰਬਰ ਇਹਨਾਂ ਨੇ ਉਰੇ ਮਾਰਕਸ ਜਿਹੜੀ ਡਿਸਟ੍ਰੀਬਿਊਸ਼ਨ ਹੈ ਉਹ ਅਲੱਗ ਕਰਤੀ। ਸਿਲੇਬਸ ਬਿਲਕੁਲ ਐਗਜ਼ੈਕਟਲੀ 100% ਸੇਮ ਹੈ। ਜੇ ਕੋਈ ਸਟੂਡੈਂਟ ਐਕਸਾਈਜ਼ ਦੀ ਤਿਆਰੀ ਕਰ ਰਿਹਾ, ਕਲਰਕ ਦੀ ਤਿਆਰੀ ਕਰ ਰਿਹਾ, ਕਲਰਕ ਕਮ DO ਦੀ ਤਿਆਰੀ ਕਰ ਰਿਹਾ ਤੇ ਨਾਲ ਉਹ ਵੀਡੀਓ ਦਾ ਪੇਪਰ ਦਾ ਵੀ ਐਸਪੀਰੈਂਟ ਹੈ, ਤਾਂ ਤੁਸੀਂ ਇਹ ਗੱਲ ਕਲੀਅਰ ਕਰ ਲਓ ਕਿ 100% ਸੇਮ ਹੈ। ਕੋਈ ਨਵੀਂ ਚੀਜ਼ ਐਡ ਨਹੀਂ ਕੀਤੀ, ਸਿਰਫ ਐਕਸਾਈਜ਼ ਦੇ ਸਿਲੇਬਸ ਚੋਂ ਕੁਝ ਚੀਜ਼ਾਂ ਹਟਾਤੀਆਂ, ਕਿਉਂਕਿ ਜਿਹੜਾ ਵੀਡੀਓ ਦਾ ਪੇਪਰ ਹੈ ਉਹ ਹੋਣਾ 100 ਨੰਬਰਾਂ ਦਾ। ਇਹ ਇੰਪੋਰਟੈਂਟ ਚੀਜ਼ ਯਾਦ ਰੱਖਣੀ ਹੈ। ਜਿਹੜਾ ਕੰਪਿਊਟਰ ਦਾ ਪਾਰਟ ਹੈ ਉਹ ਵੀਡੀਓ ਦੇ ਸਿਲੇਬਸ ਦਾ ਹਿੱਸਾ ਨਹੀਂ ਹੈ, ਕਿਉਂਕਿ ਇਹਨਾਂ ਨੇ ਆਲਰੇਡੀ ਰਿਕੁਆਇਰਮੈਂਟ ਜਿਹੜੀ ਮੰਗੀ ਹੋਈ ਹੈ ਉਹ ਇੱਕ ਪਾਰਟਿਕੂਲਰ ਮੰਗੀ ਹੋਈ ਹੈ ਕੰਪਿਊਟਰ ਨੂੰ ਲੈ ਕੇ। ਸੋ ਹੁਣ ਆਪਾਂ ਸਿਲੇਬਸ ਦੇਖ ਲੈਂਦੇ ਹਾਂ। ਸਿਲੇਬਸ ਦੇ ਵਿੱਚ ਜਨਰਲ ਨੌਲੇਜ, ਕਰੰਟ ਅਫੇਅਰ ਆਉਣੇ ਨੇ, ਪੋਲੀਟੀਕਲ ਇਸ਼ੂਜ਼, ਇਨਵਾਇਰਨਮੈਂਟ ਇਸ਼ੂਜ਼, ਕਰੰਟ ਇਸ਼ੂਜ਼, ਸਾਇੰਸ ਟੈਕਨੋਲੋਜੀ, ਇਕਨੋਮਿਕ ਇਸ਼ੂਜ਼, ਹਿਸਟਰੀ ਆਉਣੀ ਆ ਪੰਜਾਬ ਦੀ, ਮਾਡਰਨ ਇੰਡੀਆ ਹਿਸਟਰੀ, ਸਪੋਰਟਸ ਤੇ ਸਿਨੇਮਾ, ਲਿਟਰੇਚਰ, ਲੌਜੀਕਲ ਰੀਜ਼ਨਿੰਗ, ਮੈਂਟਲ ਐਬਿਲਿਟੀ। ਹੁਣ ਜਿਹੜਾ ਵੀਡੀਓ ਦਾ ਪੇਪਰ ਹੈ ਉਹਦੇ 'ਚ ਐਕਸਾਈਜ਼ ਕਲਰਕ ਵਿੱਚ 30 ਨੰਬਰ ਦਾ GK ਦਾ ਪਾਰਟ ਆਉਣਾ, ਉਹਦੇ 'ਚ ਆਉਣਾ 25 ਨੰਬਰਾਂ ਦਾ। ਵਰਬਲ, ਨਾਨ ਵਰਬਲ ਰੀਜ਼ਨਿੰਗ ਤੇ ਮੈਥ, ਉਰੇ ਤਿੰਨੋਂ ਚੀਜ਼ਾਂ ਨੂੰ ਇਕੱਠਾ ਕਰਤਾ 30 ਨੰਬਰਾਂ ਦਾ। ਵੀਡੀਓ ਦੇ ਪੇਪਰ 'ਚ ਇਹ ਤਿੰਨੋਂ ਚੀਜ਼ਾਂ ਟੋਟਲ 50 ਨੰਬਰ ਦੀ ਆਉਣੀਆਂ ਨੇ। ਉਹਨਾਂ ਨੇ ਉੱਥੇ ਸਿਲੇਬਸ ਦੇ ਵਿੱਚ ਦੋ ਅਲੱਗ-ਅਲੱਗ ਸੈਕਸ਼ਨ ਬਣਾਤੇ। ਇੱਕ ਸੈਕਸ਼ਨ ਦੇ ਵਿੱਚ ਵਰਬਲ, ਨਾਨ ਵਰਬਲ ਰੀਜ਼ਨਿੰਗ 25 ਨੰਬਰ ਦੀ, ਦੂਜੇ ਵਿੱਚ 25 ਨੰਬਰ ਦਾ ਸਿਰਫ ਇਹ ਨੀਚੇ ਵਾਲਾ ਜਿਹੜਾ ਕੁਆਂਟ ਦਾ ਪਾਰਟ ਹੈ ਉਹ ਮੈਂਸ਼ਨ ਕੀਤਾ ਹੋਇਆ। ਇੰਗਲਿਸ਼ 15 ਨੰਬਰ ਦੀ, ਐਕਸਾਈਜ਼ ਕਲਰਕ ਦੇ ਵਿੱਚ ਵੀਡੀਓ 'ਚ 12 ਨੰਬਰ ਦੀ। ਸਿਲੇਬਸ ਬਿਲਕੁਲ ਸੇਮ ਹੈ, ਬਿਲਕੁਲ ਇੱਕ ਵੀ ਵਰਡ ਚੇਂਜ ਨਹੀਂ ਹੈ। ਪੰਜਾਬੀ ਉਰੇ 15 ਨੰਬਰ ਦੀ, ਉੱਥੇ 13 ਨੰਬਰ ਦੀ। ਕੰਪਿਊਟਰ ਵੀਡੀਓ ਦੇ ਵਿੱਚ ਨਹੀਂ ਆਉਣਾ। ਪੰਜਾਬ ਹਿਸਟਰੀ ਐਂਡ ਕਲਚਰ ਇਹ ਅਲੱਗ ਤੋਂ ਜਿਹੜਾ ਸਬਜੈਕਟ ਉਰੇ ਮੈਂਸ਼ਨਡ ਹੈ ਐਕਸਾਈਜ਼ ਕਲਰਕ ਲਈ, ਵੀਡੀਓ ਵਿੱਚ ਨਹੀਂ ਆਉਣਾ। ਸੋ ਇਹ ਦੋ ਜਿਹੜੇ 5ਵਾਂ ਤੇ 6ਵਾਂ ਸਿਲੇਬਸ ਪਾਰਟ ਮੈਂਸ਼ਨ ਹੈ ਐਕਸਾਈਜ਼ ਕਲਰਕ DO ਦਾ, ਉਹ ਵੀਡੀਓ ਦੇ ਵਿੱਚ ਨਹੀਂ ਆਉਣੇ। ਸਿਰਫ ਪਹਿਲੇ 4 ਵਾਲੇ 100 ਨੰਬਰ ਦੇ ਸਿਲੇਬਸ ਦੇ ਵਿੱਚ ਆਉਣੇ ਨੇ ਪਾਰਟ। ਇਹ ਚੀਜ਼ ਨੂੰ ਤੁਸੀਂ ਕਲੀਅਰ ਕਰ ਲਓ। ਸੋ ਉਰੇ ਹੁਣ ਤੁਹਾਡੀ ਜਿਹੜੀ ਸਟ੍ਰੈਟਜੀ ਹੈ ਉਹ ਇਹ ਚਾਰਾਂ ਪੇਪਰਾਂ ਲਈ ਕਾਮਨ ਹੋ ਜਾਂਦੀ ਹੈ। ਤੁਸੀਂ ਸਿਰਫ ਕੰਪਿਊਟਰ ਤੇ ਇਹ ਸਬਜੈਕਟ ਨੂੰ ਹਟਾਉਣਾ, ਬਾਕੀ ਤੁਸੀਂ ਜੋ GK ਦੀ ਤਿਆਰੀ ਐਕਸਾਈਜ਼ ਲਈ ਕਰ ਰਹੇ ਹੋ, ਕਲਰਕ ਲਈ ਕਰ ਰਹੇ ਹੋ, ਉਹੀ ਤੁਸੀਂ ਵੀਡੀਓ ਲਈ ਕਰਨੀ ਹੈ। ਹੁਣ ਮੈਂ ਤੁਹਾਨੂੰ ਦੱਸ ਦਿੰਦੀ ਹਾਂ PPSC ਸੀਨੀਅਰ ਅਸਿਸਟੈਂਟ ਐਗਜ਼ਾਮ 120 ਹੀ ਕੁਐਸਚਨ ਨੇ, ਪਰ ਉਰੇ ਨੰਬਰ ਹੈ ਜਿਹੜਾ ਇੱਕ ਕੁਐਸਚਨ ਇੱਕ ਨੰਬਰ ਦਾ ਨਹੀਂ ਹੈ, ਉਰੇ 4 ਨੰਬਰਾਂ ਦਾ ਇੱਕ ਕੁਐਸਚਨ ਹੈ। ਨੈਗੇਟਿਵ ਮਾਰਕਿੰਗ ਵੀ ਹੈ, ਸੋ ਟੋਟਲ ਨੰਬਰ ਹੋ ਜਾਂਦੇ ਨੇ 480। GK ਹੈ ਜਿਹੜਾ ਕਰੰਟ ਅਫੇਅਰ ਵਾਲਾ ਪਾਰਟ, ਉਹ ਆਉਣਾ 80 ਕੁਐਸਚਨ। ਰੀਜ਼ਨਿੰਗ, ਮੈਂਟਲ ਐਬਿਲਿਟੀ ਆਉਣੀ ਹੈ 40 ਕੁਐਸਚਨ। ਹੁਣ ਜੇ ਤੁਸੀਂ ਐਕਸਾਈਜ਼ ਕਲਰਕ ਵਾਲਾ ਸਿਲੇਬਸ ਚੱਕ ਕੇ ਦੇਖੋ ਤੇ ਇਹਦਾ PPSC ਸੀਨੀਅਰ ਅਸਿਸਟੈਂਟ ਦਾ 80 ਕੁਐਸਚਨਾਂ ਵਾਲਾ ਪਾਰਟ ਚੱਕ ਕੇ ਦੇਖੋ, ਤੁਹਾਨੂੰ ਕੋਈ ਵੀ ਉਰੇ ਫਰਕ ਨਜ਼ਰ ਨਹੀਂ ਆਊਗਾ। ਸਿਰਫ ਉੱਥੇ ਸਪੋਰਟਸ ਤੇ ਜਿਹੜਾ ਸਿਨੇਮਾ, ਲਿਟਰੇਚਰ ਹੈ ਉਹ ਐਕਸਟਰਾ ਐਡ ਕਰਤਾ, ਉਹ PPSC ਵਿੱਚ ਨਹੀਂ ਆਉਣਾ, ਪਰ ਬਾਕੀ ਬਿਲਕੁਲ ਐਗਜ਼ੈਕਟਲੀ ਵਰਡਿੰਗ ਕਾਪੀ ਪੇਸਟ ਕੀਤੀ ਹੋਈ ਹੈ, ਸੇਮ ਹੈ। ਸੋ ਉਹੀ ਇਕਨੋਮਿਕ ਇਸ਼ੂਜ਼, GK ਐਂਡ ਕਰੰਟ ਅਫੇਅਰ। ਜਦੋਂ ਸਿਲੇਬਸ ਵਿੱਚ ਲਿਖਤਾ ਇਹਨਾਂ ਨੇ GK ਐਂਡ ਕਰੰਟ ਅਫੇਅਰ, ਇਹਦਾ ਮਤਲਬ ਹੈ ਕਿ ਤੁਸੀਂ ਸਟੈਟਿਕ GK ਵੀ ਕਰਨੀ ਹੈ। ਪਰ ਕਿੰਨੀ ਕਰਨੀ ਹੈ PPSC ਵਿੱਚ, ਕਿੰਨੀ ਸਟੈਟਿਕ GK ਤੁਸੀਂ ਕਰਨੀ ਹੈ PSSB ਵਿੱਚ, ਉਹ ਮੈਂ ਤੁਹਾਨੂੰ ਅੱਗੇ ਸਮਝਾਉਂਗੀ। ਪਰ ਇਹਦੇ ਵਿੱਚ ਤੁਸੀਂ ਇੱਕ ਚੀਜ਼ ਆਪਣੇ ਦਿਮਾਗ ਚੋਂ ਕੱਢ ਦਿਓ। ਕਈ ਵਾਰੀ ਸਟੂਡੈਂਟ ਸੋਚ ਲੈਂਦੇ ਨੇ ਕਿ PPSC ਵਿੱਚ ਤਾਂ ਸਿਰਫ 100 ਦੇ 100% ਅਸੀਂ ਕਰੰਟ ਅਫੇਅਰ ਕਰਕੇ ਜਾਵਾਂਗੇ। ਬਿਲਕੁਲ ਗਲਤ ਅਪਰੋਚ ਹੈ। 100% ਕਰੰਟ ਅਫੇਅਰ ਨਾਲ ਤੁਹਾਡਾ PPSC ਦਾ ਐਗਜ਼ਾਮ ਕਲੀਅਰ ਨਹੀਂ ਹੋਣ ਵਾਲਾ। ਸਟੈਟਿਕ
फैक्ट्स जो भी क्वेश्चन आउंदे ने ਉਹ ਕਿਹੜੇ ਆਉਂਦੇ ਨੇ ਕਿਹੜੇ ਸਬਜੈਕਟਸ ਦੇ ਤੁਸੀਂ ਸਟੈਟਿਕ ਪਾਰਟ ਕਵਰ ਕਰਨੇ ਨੇ ਉਹ ਮੈਂ ਤੁਹਾਨੂੰ ਦੱਸ ਦੂੰਗੀ ਸੋ ਬਿਲਕੁਲ ਸੇਮ ਹੈ ਮੈਂਟਲ ਐਬਿਲਿਟੀ ਦੇ ਉਹੀ ਸਾਰੇ ਸੇਮ ਟੌਪਿਕਸ ਦੈਨ ਇੱਕ ਅਲੱਗ ਤੋਂ ਇਹ ਮੈਗਨੀਟਿਊਡ ਵਾਲਾ ਟੌਪਿਕ ਹੈ ਨੰਬਰ ਨਿਊਮੈਰਿਕਸ के लिए ਕਾਮਨ ਨੇ ਜੋ ਕੁਆਂਟ ਵਿੱਚ ਹੁੰਦੇ ਨੇ ਹਰ ਪੇਪਰ 'ਚ ਦੈਨ ਡੇਟਾ ਇੰਟਰਪ੍ਰੀਟੇਸ਼ਨ ਦਾ ਲਾਸਟ ਤੋਂ ਅਲੱਗ ਤੋਂ ਟੌਪਿਕ ਹੈ ਹੁਣ ਉਹਦੇ ਅਲੱਗ ਤੋਂ ਡੇਟਾ ਇੰਟਰਪ੍ਰੀਟੇਸ਼ਨ ਮੈਂਸ਼ਨ ਹੈ ਤੇ ਪੀਪੀਐਸਸੀ ਵਿੱਚ ਡੇਟਾ ਇੰਟਰਪ੍ਰੀਟੇਸ਼ਨ ਦੇ ਘੱਟੋ ਘੱਟ 2 ਕੁਐਸਚਨ ਦੇਖਣ ਨੂੰ ਮਿਲਦੇ ਨੇ 2 ਕੁਐਸਚਨ ਦਾ ਮਤਲਬ ਹੈ 8 ਜਾਂ 10 ਕੁਐਸਚਨ ਸੋ ਡੇਟਾ ਇੰਟਰਪ੍ਰੀਟੇਸ਼ਨ ਇਹ ਪਾਰਟ B ਸਿਲੇਬਸ ਲਈ ਤੁਸੀਂ ਪੱਕਾ ਕਰਨਾ ਹੈ ਹੁਣ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਪੈਟਰਨ ਕੀ ਹੁੰਦਾ ਹੈ ਜਦੋਂ ਆਪਾਂ PSSB ਪੇਪਰ ਦੀ ਤਿਆਰੀ ਕਰਦੇ ਆ ਉਰੇ ਆਪਾਂ ਸਿੰਪਲ MCQs ਦਿਮਾਗ ਚ ਰੱਖ ਕੇ ਤਿਆਰੀ ਕਰਦੇ ਆ ਜਦੋਂ ਆਪਾਂ PPSC ਦੇ ਪੇਪਰ ਦੀ ਤਿਆਰੀ ਕਰਦੇ ਆ ਉੱਥੇ ਤੁਸੀਂ ਮੈਕਸਿਮਮ 99% ਜਿਹੜਾ GK ਵਾਲਾ ਪਾਰਟ ਹੈ ਉਹਦੇ ਚ ਸਟੇਟਮੈਂਟ ਬੇਸਡ ਲੌਂਗ ਲੈਂਥੀ ਡੀਟੇਲਡ MCQ ਐਕਸਪੈਕਟ ਕਰਦੇ ਹੋ ਜਿਵੇਂ UPSC ਦੇ ਪੇਪਰ ਚ ਆਉਂਦੇ ਨੇ ਸੋ ਸਟੇਟਮੈਂਟ ਬੇਸਡ ਤੇ ਉਰੇ ਸਿੰਪਲ ਇਹ ਮੈਂ ਤੁਹਾਨੂੰ ਤਾਂ ਦੱਸ ਰਹੀ ਹਾਂ ਕਿਉਂਕਿ ਜਦੋਂ ਤੁਸੀਂ MCQ ਦੀ ਪ੍ਰੈਕਟਿਸ ਕਰਨੀ ਹੁੰਦੀ ਹੈ ਕਈ ਵਾਰੀ ਤੁਸੀਂ ਕੀ ਕਰਦੇ ਹੋ ਕਿਸੇ ਕੋਚਿੰਗ ਇੰਸਟੀਚਿਊਟ ਤੋਂ ਬਾਏ ਕਰ ਲੈਂਦੇ ਹੋ ਮਟੀਰੀਅਲ PPSC ਲਈ ਤੁਸੀਂ MCQ ਖਰੀਦਦੇ ਹੋ ਤਾਂ ਉੱਥੇ ਤੁਸੀਂ ਸਭ ਤੋਂ ਪਹਿਲਾਂ ਥੋੜਾ ਜਿਹਾ ਸੈਂਪਲ ਲੈ ਕੇ ਇਹ ਚੈੱਕ ਕਰਿਆ ਕਰੋ ਕੋਚਿੰਗ ਇੰਸਟੀਚਿਊਟ ਤੋਂ ਕਿ ਉਹ ਤੁਹਾਨੂੰ ਸਹੀ ਪੈਟਰਨ ਦੇ ਅਕੋਰਡਿੰਗ ਮਟੀਰੀਅਲ ਦੇ ਰਹੇ ਨੇ ਫਿਰ ਉਸ ਤੋਂ ਬਾਅਦ ਤੁਸੀਂ ਖਰੀਦੋ ਸੋ ਇਹ ਹੋ ਗਿਆ then static knowledge बहुत ज़्यादा important है PSSB एग्जाम ਦੇ ਲਈ ਹੁਣ ਜਿਹੜੇ ਮੈਂ ਤੁਹਾਨੂੰ ਇਹ ਪੁਆਇੰਟ ਦੱਸਣ ਲੱਗੀ ਆ ਇਹ ਤੁਸੀਂ ਆਪਣੇ ਦਿਮਾਗ 'ਚ ਬਿਠਾ ਲਓ ਤੇ ਇਹਨੂੰ ਦਿਮਾਗ 'ਚ ਰੱਖ ਕੇ ਹੀ ਤੁਸੀਂ ਆਪਣੀ ਤਿਆਰੀ ਕਰਨੀ ਹੈ ਅਪਕਮਿੰਗ ਐਗਜ਼ਾਮ ਦੀ PSSB ਲਈ ਸਟੈਟਿਕ GK ਬਹੁਤ ਇੰਪੋਰਟੈਂਟ ਹੈ ਸਟੈਟਿਕ GK ਦਾ ਮਤਲਬ ਹੈ ਜਿਵੇਂ ਸਾਇੰਸ ਹੋ ਗਈ ਉਹਦੇ 'ਚ ਬੇਸਿਕ ਬਾਇਓਕੈਮਿਸਟਰੀ ਦੇ ਕੁਝ ਫੈਕਟਸ ਹੋ ਗਏ ਡਿਸੀਜ਼ਸ ਨਾਲ ਰਿਲੇਟਡ ਟੌਪਿਕ ਹੋ ਗਿਆ ਇਕਨੋਮੀ ਦੇ ਛੋਟੇ ਛੋਟੇ ਕਨਸੈਪਟ ਹੋ ਗਏ CRR ਕੀ ਹੁੰਦੀ ਹੈ SLR ਮਨੀ ਦਾ ਕਨਸੈਪਟ ਹੋ ਗਿਆ 5 ਈਅਰ ਪਲਾਨ ਹੋ ਗਏ ਜੋ ਸਟੈਟਿਕ ਨੌਲੇਜ ਫੈਕਟਸ ਨੇ ਜੋ ਬਦਲਦੇ ਨਹੀਂ ਜੋ ਕਨਸੈਪਚੁਅਲ ਕਨਸੈਪਟ ਨੇ ਉਹ ਤੁਸੀਂ ਤਿਆਰ ਕਰਨੇ ਨੇ PPSC ਦੇ ਵਿੱਚ ਸਟੈਟਿਕ ਨਾਲੋਂ ਜ਼ਿਆਦਾ ਇੰਪੋਰਟੈਂਟ ਹੈ ਕਰੰਟ ਬੇਸਡ ਨੌਲੇਜ ਜੋ ਸਟੈਟਿਕ ਕੁਐਸਚਨ ਵੀ ਬਣ ਕੇ ਆਉਂਦੇ ਨੇ ਉਹ ਵੀ ਕਿਤੇ ਨਾ ਕਿਤੇ ਜੋ ਕਰੰਟ ਨਿਊਜ਼ ਦੇ ਵਿੱਚ ਕੋਈ ਟੌਪਿਕ ਆਇਆ ਹੁੰਦਾ ਹੈ ਕੋਈ ਨਿਊਜ਼ ਆਈ ਹੁੰਦੀ ਹੈ ਉਹਦੇ ਚੋਂ ਹੀ ਕਨਸੈਪਟ ਨੂੰ ਚੱਕ ਕੇ ਸਟੈਟਿਕ ਉਹਦੇ ਬਾਰੇ ਕੁਐਸਚਨ ਪੁੱਛ ਲੈਂਦੇ ਨੇ ਸੋ ਉਰੇ ਮੋਸਟ ਇੰਪੋਰਟੈਂਟ ਚੀਜ਼ ਕੀ ਹੈ PPSC ਪੇਪਰ ਲਈ ਕਰੰਟ ਬੇਸਡ ਨੌਲੇਜ ਸਟੈਟਿਕ ਨੌਲੇਜ ਇੰਪੋਰਟੈਂਟ ਹੈ PSSB ਪੇਪਰ ਲਈ ਹੁਣ ਰੇਸ਼ੋ ਕੀ ਹੈ ਸਟੈਟਿਕ ਟੂ ਕਰੰਟ ਰੇਸ਼ੋ ਜਦੋਂ ਤੁਸੀਂ PSSB ਪੇਪਰ ਦੀ ਤਿਆਰੀ ਕਰਨੀ ਹੈ 70 ਤੋਂ 30 ਰੇਸ਼ੋ ਇਹ ਹੋਣੀ ਚਾਹੀਦੀ ਹੈ 70% ਸਟੈਟਿਕ ਪਾਰਟ ਤਿਆਰ ਕਰੋ 30% ਟੌਪਿਕਸ ਦਾ ਕਰੰਟ ਪਾਰਟ ਉੱਥੇ ਹੀ ਇਹਦਾ ਬਿਲਕੁਲ ਆਪੋਜ਼ਿਟ PPSC ਉਰੇ ਤੁਸੀਂ ਜਿਹੜਾ ਸਟੈਟਿਕ ਪਾਰਟ ਹੈ ਇਹ 10% ਕਰਕੇ ਜਾਓ ਕਰੰਟ ਪਾਰਟ 90% ਸੋ ਤੁਸੀਂ ਦੇਖ ਸਕਦੇ ਹੋ ਕਿ ਕਰੰਟ ਪਾਰਟ ਕਿੰਨਾ ਇੰਪੋਰਟੈਂਟ ਹੈ ਪਰ ਇਹਦਾ ਇਹ ਮਤਲਬ ਨਹੀਂ ਕਿ ਤੁਸੀਂ ਸਟੈਟਿਕ ਕਰਨਾ ਹੀ ਨਹੀਂ ਸਾਇੰਸ ਐਂਡ ਟੈਕਨੋਲੋਜੀ ਉਹਦੇ ਵਿੱਚ ਤੁਸੀਂ ਸਟੈਟਿਕ ਕਰਕੇ ਜਾਣਾ ਬਾਇਓ ਦੇ ਵਿੱਚ ਸਟੈਟਿਕ ਕਰਕੇ ਜਾਣੇ ਨੇ ਇਨਵਾਇਰਨਮੈਂਟ ਦੇ ਕੁਝ ਬੇਸਿਕ ਕਨਸੈਪਟ ਹੁੰਦੇ ਨੇ ਜਿਵੇਂ ਗਲੋਬਲ ਵਾਰਮਿੰਗ ਨਾਲ ਰਿਲੇਟਡ ਹੋ ਗਿਆ ਇਹ ਸਾਰਿਆਂ ਦੀ ਪੋਲਿਊਸ਼ਨ ਹੋ ਗਏ ਉਹਨਾਂ ਨਾਲ ਕਿਹੜੀਆਂ ਡਿਸੀਜ਼ਸ ਹੁੰਦੀਆਂ ਨੇ ਸੋ ਇਹ ਬਾਰ-ਬਾਰ ਜਿਹੜੇ ਕਾਮਨ ਟੌਪਿਕ ਆਉਂਦੇ ਨੇ ਸਸਟੇਨੇਬਲ ਡਿਵੈਲਪਮੈਂਟ ਗੋਲ ਹੋ ਗਏ ਇਹ ਸਭ ਕੁਝ ਤੁਸੀਂ ਸਟੈਟਿਕ ਨੌਲੇਜ ਕਰਕੇ ਜਾਣਾ ਬਾਕੀ ਕਾਮਨ ਸਟੈਟਿਕ ਪਾਰਟ ਜੋ ਦੋਨਾਂ ਪੇਪਰਾਂ ਦੇ ਵਿੱਚ ਆਉਂਦਾ ਤੇ ਦੋਨਾਂ ਲਈ ਇੰਪੋਰਟੈਂਟ ਹੈ ਜੋ ਤੁਸੀਂ ਡੈਫੀਨੇਟਲੀ ਕਰਨਾ PPSC ਲਈ ਤੁਸੀਂ ਮੰਨ ਲਓ ਚਾਹੇ ਇਕਨੋਮਿਕਸ ਦਾ ਨਾਂ ਵੀ ਕਰੋ ਸਟੈਟਿਕ ਤੁਹਾਡਾ ਕੰਮ ਉੱਥੇ ਚੱਲ ਜੂਗਾ ਜੇ ਤੁਸੀਂ ਕਰੰਟ ਕੀਤਾ ਹੋਇਆ ਪਰ 3 ਇਹੋ ਜਿਹੇ ਸਬਜੈਕਟ ਨੇ ਜਿਨ੍ਹਾਂ ਦੀ ਸਟੈਟਿਕ ਨੌਲੇਜ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਦੇ ਤੋਂ ਬਿਨਾ ਤੁਸੀਂ ਆਪਣੇ ਆਪ ਨੂੰ ਮੈਰਿਟ ਵਿੱਚ ਨਹੀਂ ਦੇਖ ਸਕਦੇ ਸੋ ਇੱਕ ਹੈ ਨੰਬਰ 1 ਪੰਜਾਬ GK ਨੰਬਰ 2 ਮਾਡਰਨ ਇੰਡੀਆ ਹਿਸਟਰੀ ਨੰਬਰ 3 ਪੋਲਿਟੀ ਚਾਹੇ PSSB ਦਾ ਕੋਈ ਪੇਪਰ ਹੈ ਚਾਹੇ PPSC ਦਾ ਇਹ ਤਿੰਨੋਂ ਸਟੈਟਿਕ ਪਾਰਟ ਤੁਹਾਡੇ ਟਿਪਸ ਤੇ ਹੋਣੇ ਚਾਹੀਦੇ ਨੇ ਇਹਨਾਂ ਨੂੰ ਪਹਿਲ ਦੇ ਤੌਰ ਤੇ ਤਿਆਰ ਕਰ ਲਓ ਉਸ ਤੋਂ ਬਾਅਦ ਤੁਹਾਡਾ ਕੰਮ ਬਚੂਗਾ ਕਰੰਟ ਅਫੇਅਰ ਦੀ ਜਿਹੜੀ ਤਿਆਰੀ ਹੈ ਘੱਟੋ ਘੱਟ ਪਿਛਲੇ ਸਾਲ ਨਵੰਬਰ 2021 ਤੋਂ ਕਰੋ ਜੇ ਤੁਸੀਂ ਜਨਵਰੀ 2023 ਵਾਲੇ ਪੇਪਰਾਂ ਦੀ ਵੀ ਤਿਆਰੀ ਕਰ ਰਹੇ ਹੋ MCQ ਪੈਟਰਨ ਫੋਲੋ ਕਰੋ PSSB ਪੇਪਰਾਂ ਦੇ ਲਈ डिटेल्ड मंथली कंपाइलेशन करो स्टेटमेंट बेस्ड MCQ ਦੀ ਪ੍ਰੈਕਟਿਸ ਕਰੋ UPSC ਦੇ ਲੈਵਲ ਦੀ PPSC ਪੇਪਰਾਂ ਦੀ ਉਸ ਤੋਂ ਬਾਅਦ ਜਦੋਂ ਆਪਾਂ ਗੱਲ ਕਰਦੇ ਹਾਂ ਰੀਜ਼ਨਿੰਗ ਮੈਂਟਲ ਐਬਿਲਿਟੀ ਮੈਥ ਡੇਟਾ ਇੰਟਰਪ੍ਰੀਟੇਸ਼ਨ ਦੀ ਚਾਹੇ PSSB ਦਾ ਪੇਪਰ ਹੈ ਚਾਹੇ ਕੋਈ PPSC ਦਾ ਪੇਪਰ ਹੈ ਸਭ ਤੋਂ ਪਹਿਲਾਂ ਤਾਂ ਬੇਸਿਕ ਕਨਸੈਪਟਸ ਕਲੀਅਰ ਕਰਨ ਦੇ ਲਈ RS ਅਗਰਵਾਲ ਦੇ ਇੱਕ ਵਾਰੀ ਸਾਰੇ ਟੌਪਿਕ ਦੇਖ ਲਓ
ਉਸ ਤੋਂ ਬਾਅਦ ਜੋ ਤੁਸੀਂ RS ਅਗਰਵਾਲ ਕਰ ਲਈ, ਉਹਦੇ ਮੇਨ ਚਾਹੇ ਐਗਜ਼ਾਮਪਲਾਂ ਕੱਲੀਆਂ ਕਰ ਲੀਆਂ, ਕੱਲੇ ਉਹਦੇ ਚੋਂ ਕਨਸੈਪਟ ਦੇਖ ਲਏ, ਫਿਰ ਤੁਸੀਂ ਕੋਈ ਵੀ ਇੱਕ ਰੈਫਰੈਂਸ ਬੁੱਕ ਫੋਲੋ ਕਰੋ, ਉਹਦੇ ਪ੍ਰੈਕਟਿਸ ਕੁਐਸਚਨ ਕਰੋ PPSC ਲਈ ਸਪੈਸ਼ਲੀ ਤੇ ਐਕਸਾਈਜ਼ ਐਗਜ਼ਾਮ ਲਈ, ਕਿਉਂਕਿ ਐਕਸਾਈਜ਼ ਕਲਰਕ ਨਾਲੋਂ ਆਪਾਂ ਥੋੜਾ ਜਿਹਾ ਲੈਵਲ ਅਪ ਐਕਸਪੈਕਟ ਕਰਕੇ ਚੱਲ ਰਹੇ ਹਾਂ। ਸੋ ਉੱਥੇ ਆਪਾਂ ਮੰਨ ਕੇ ਚੱਲ ਰਹੇ ਹਾਂ ਕਿ ਇੱਕ ਤਾਂ ਸ਼ਾਇਦ ਕਰੰਟ ਅਫੇਅਰ ਥੋੜੇ ਜਿਹੇ ਡੀਪ ਆ ਜਾਣ, ਜਾਂ ਰੀਜ਼ਨਿੰਗ ਮੈਂਟਲ ਐਬਿਲਿਟੀ ਵਾਲਾ ਪਾਰਟ ਥੋੜਾ ਜਿਹਾ ਕਲਰਕ ਨਾਲੋਂ ਡਿਫਿਕਲਟ ਆ ਜਾਵੇ। ਸੋ ਉੱਥੇ SCC CGL ਪੈਟਰਨ ਦੀ ਕੋਈ ਵੀ ਇੰਪੋਰਟੈਂਟ ਇੱਕ ਰੈਫਰੈਂਸ ਬੁੱਕ ਤੁਸੀਂ ਫੋਲੋ ਕਰ ਸਕਦੇ ਹੋ, ਤੇ PPSC ਲਈ ਤਾਂ ਡੈਫੀਨੇਟਲੀ ਤੁਸੀਂ ਇਹੀ ਬੁੱਕ ਫੋਲੋ ਕਰਨੀ ਹੈ। ਤੇ ਜਿਵੇਂ ਇੱਕ ਪਿਨਾਕਲ ਦੀ ਬੁੱਕ ਆਉਂਦੀ ਹੈ, ਉਹ ਕਾਫੀ ਵਧੀਆ ਹੈ, ਉਹ ਇੰਗਲਿਸ਼ ਲਈ ਵੀ ਵਧੀਆ ਹੈ, ਸੋ ਤੁਸੀਂ ਉਹਨੂੰ ਫੋਲੋ ਕਰ ਸਕਦੇ ਹੋ। ਸੋ ਆਈ ਹੋਪ ਕਿ ਹੁਣ ਤੁਹਾਨੂੰ PSSB PPSC ਐਗਜ਼ਾਮ ਦੀ ਕੀ ਰਿਕੁਆਇਰਮੈਂਟ ਹੈ ਉਹ ਚੀਜ਼ ਸਮਝ ਆ ਗਈ ਹੋਗੀ, ਤੇ ਆਈ ਵੁੱਡ ਸੁਜੈਸਟ ਕਿ ਤੁਸੀਂ ਇਸ ਪੈਟਰਨ ਨੂੰ ਧਿਆਨ 'ਚ ਰੱਖਦੇ ਹੋਏ ਹੀ ਆਪਣੀ ਤਿਆਰੀ ਕਰਨੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਮੋਸਟ ਡਿਮਾਂਡਡ ਐਕਸਾਈਜ਼ ਇੰਸਪੈਕਟਰ ਪੇਡ ਕੋਰਸ। ਜਿਹੜਾ ਇਹ ਕੋਰਸ ਹੈ, ਇਹਦੇ ਵਿੱਚ ਮੈਂ ਜੋ 90 ਮਾਰਕਸ ਦਾ ਪੇਪਰ ਹੈ ਐਕਸਾਈਜ਼ ਦਾ, 90 ਨੰਬਰਾਂ ਦਾ ਜੋ ਸਿਲੇਬਸ ਹੈ, 4 ਮੇਜਰ ਸਬਜੈਕਟਸ ਨੇ, ਉਹ ਪੂਰੇ ਦੇ ਪੂਰੇ ਕਵਰ ਕਰਵਾਉਂਗੀ ਵਿਦ ਕਰੰਟ ਇਸ਼ੂਜ਼, ਵਿਦ ਕਰੰਟ ਅਫੇਅਰ ਸੈਪਰੇਟਲੀ, ਕੰਪਿਊਟਰ, ਐਵਰੀਥਿੰਗ। ਸੋ ਜਿਹੜਾ ਕੋਰਸ ਹੈ ਕਲਰਕ ਦੇ ਲਈ ਵੀ ਇੰਪੋਰਟੈਂਟ ਹੈ, ਕਲਰਕ ਕਮ DEO ਪੇਪਰ ਲਈ ਵੀ। PPSC ਐਗਜ਼ਾਮ ਦਾ ਜਿਹੜਾ GS ਵਾਲਾ ਪੋਰਸ਼ਨ ਹੈ ਫਰਸਟ ਪਾਰਟ, ਜਿਹੜੇ ਸਟੂਡੈਂਟ ਕੋਈ ਸੀਨੀਅਰ ਅਸਿਸਟੈਂਟ ਦੀ ਵੀ ਤਿਆਰੀ ਕਰ ਰਹੇ ਨੇ, ਉਹਨਾਂ ਲਈ ਵੀ ਇਹ ਕੋਰਸ ਹੈਲਪਫੁਲ ਰਹੂਗਾ। ਟੋਟਲ ਇਹਦੇ ਅੰਦਰ 80 ਲੈਕਚਰਸ ਹੋਣਗੇ। ਸੋ ਮੈਂ ਤੁਹਾਨੂੰ ਇੱਕ ਵਾਰੀ ਦੱਸ ਦਿੰਨੀ ਆ ਕਿ ਪੈਟਰਨ ਕੀ ਹੈ, ਸੋ ਉਹਦੇ ਅਕੋਰਡਿੰਗ ਤੁਸੀਂ ਦੇਖ ਸਕੋਗੇ। ਪੋਲਿਟੀ ਦੇ ਨਾਲ ਤੁਹਾਨੂੰ ਪੋਲੀਟੀਕਲ ਇਸ਼ੂਜ਼ ਵੀ ਮਿਲਣਗੇ, 10 ਲੈਕਚਰ ਹੋਣਗੇ, 8 ਸਟੈਟਿਕ, 6-7 ਥਿਊਰੀ ਦੇ, 1-2 MCQ ਦੇ ਹੋਣਗੇ, 2 ਲੈਕਚਰਸ ਹੋਣਗੇ ਇਸ਼ੂਜ਼ ਉੱਤੇ। ਹੁਣ ਜਿੱਥੇ ਮੈਂ 2-1 ਲਿਖਿਆ ਹੋਇਆ, ਉਹਦਾ ਇਹ ਮਤਲਬ ਨਹੀਂ ਕਿ ਤੁਹਾਨੂੰ ਅੱਧੇ ਘੰਟੇ ਦਾ ਲੈਕਚਰ ਮੈਂ ਦੇ ਕੇ ਕੰਮ ਖਤਮ ਕਰ ਦੂੰਗੀ। ਜੇ 2 ਲੈਕਚਰ ਨੇ ਕਰੰਟ ਇਸ਼ੂਜ਼ ਉੱਤੇ ਨੇ, ਤਾਂ ਤੁਸੀਂ ਮੰਨ ਕੇ ਚੱਲੋ ਕਿ ਮੇਗਾ ਲੈਕਚਰ ਹੋਣਗੇ। ਜੋ ਵੀ ਮੈਨੂੰ ਪਿਛਲੇ 7-8 ਮਹੀਨਿਆਂ ਦੇ ਇੰਪੋਰਟੈਂਟ ਪੋਲੀਟੀਕਲ ਇਸ਼ੂਜ਼ ਲੱਗਣਗੇ, ਚਾਹੇ MCQ ਫਾਰਮ, ਚਾਹੇ ਡੀਟੇਲ ਫਾਰਮ ਦੇ ਵਿੱਚ, ਉਹ ਸਾਰੇ ਤੁਹਾਨੂੰ ਮੈਂ ਪੋਲੀਟੀਕਲ ਇਸ਼ੂਜ਼ ਅਲੱਗ ਤੋਂ ਪੋਲਿਟੀ ਵਾਲੇ ਲੈਕਚਰਸ ਦੇ ਨਾਲ ਕਵਰ ਕਰਵਾਉਂਗੀ। ਇਕਨੋਮੀ ਦਾ ਵੀ ਸੇਮ ਹੈ, ਇਕਨੋਮੀ ਦੇ ਉੱਤੇ ਅਲੱਗ ਸਟੈਟਿਕ ਲੈਕਚਰ, ਇਕਨੋਮਿਕ ਇਸ਼ੂਜ਼ ਉੱਤੇ 2 ਲੈਕਚਰ ਅਲੱਗ, ਤੇ 2 ਲੈਕਚਰ ਹੋਣਗੇ ਟੈਕਸੇਸ਼ਨ ਦੇ ਜਿਹੜੇ ਇੰਪੋਰਟੈਂਟ ਟੌਪਿਕਸ ਨੇ ਜੋ ਇਕਨੋਮੀ ਦੇ ਵਿੱਚ ਹੀ ਆਉਂਦੇ ਨੇ, ਜਿਵੇਂ ਨੀਤੀ ਆਯੋਗ ਹੋ ਗਿਆ। ਇਸ ਟਾਈਪ ਦੇ ਜਿਹੜੇ ਟੌਪਿਕਸ ਆਪਾਂ ਅਲੱਗ ਤੋਂ ਪਹਿਲਾਂ ਟੈਕਸੇਸ਼ਨ ਅੰਡਰ ਕਰਦੇ ਸੀ, ਪਰ ਹੁਣ ਉਹ ਆਪਾਂ ਐਕਸਪੈਕਟ ਕਰਕੇ ਚੱਲ ਰਹੇ ਹਾਂ ਕਿ ਕਿਤੇ ਨਾ ਕਿਤੇ ਉਹਨਾਂ 'ਚੋਂ ਕੋਈ ਕੁਐਸਚਨ ਜਿਵੇਂ GST ਹੋ ਗਿਆ, ਇਕਨੋਮਿਕਸ ਦੇ ਅੰਦਰ ਵੀ ਆ ਸਕਦਾ ਹੈ। ਸੋ ਉਹ 2-3 ਇੰਪੋਰਟੈਂਟ ਟੌਪਿਕਸ ਮੈਂ ਤੁਹਾਨੂੰ ਟੈਕਸੇਸ਼ਨ ਵਾਲੇ ਵੀ ਕਵਰ ਕਰਵਾਉਂਗੀ। ਇਨਵਾਇਰਨਮੈਂਟ ਇਸ਼ੂ ਦੇ ਵੀ 2 ਮੇਗਾ ਸਟੈਟਿਕ ਲੈਕਚਰ ਹੋਣਗੇ, ਇੱਕ ਕਰੰਟ ਇਸ਼ੂ ਉੱਤੇ ਹੋਊਗਾ। ਸਾਇੰਸ ਐਂਡ ਟੈਕਨੋਲੋਜੀ ਦੇ 3 ਸਟੈਟਿਕ ਦੇ ਉੱਤੇ, ਜਿਵੇਂ 1.5 2-2 ਘੰਟੇ ਦੇ ਇੱਕ ਬਾਇਓ ਦਾ ਲੈਕਚਰ ਹੈ, ਫਿਜ਼ਿਕਸ ਦਾ ਲੈਕਚਰ ਹੈ, ਕੈਮਿਸਟਰੀ ਦਾ ਅਲੱਗ ਤੋਂ ਲੈਕਚਰ ਹੈ। ਬਾਕੀ ਤੁਹਾਨੂੰ ਟੈਕਨੋਲੋਜੀ, ਕਰੰਟ ਇਸ਼ੂਜ਼, ਇਹਨਾਂ ਦੇ ਲੈਕਚਰ ਅਲੱਗ ਮਿਲਣਗੇ। ਹਿਸਟਰੀ ਆਫ ਪੰਜਾਬ ਦੇ ਟੋਟਲ 7 ਲੈਕਚਰ ਹੋਣਗੇ। ਦੈਨ ਮਾਡਰਨ ਇੰਡੀਆ ਹਿਸਟਰੀ ਦੇ 6 ਲੈਕਚਰ, ਸਪੋਰਟਸ ਦੇ 2 ਲੈਕਚਰ। ਹੁਣ ਇਹਦੇ ਵਿੱਚ ਜਿਵੇਂ ਇੱਕ ਲੈਕਚਰ ਵਿੱਚ ਮੈਂ ਤੁਹਾਨੂੰ ਇੰਪੋਰਟੈਂਟ ਜਿਹੜੀਆਂ ਸਪੋਰਟਸ ਰਿਲੇਟਡ ਵੋਕੈਬਲਰੀ ਹੁੰਦੀਆਂ ਨੇ, ਟਰਮਸ ਹੁੰਦੀਆਂ ਨੇ, ਟਰਮੀਨੋਲੋਜੀ, ਉਹ ਕਰਵਾ ਦੂੰਗੀ। ਕੋਈ ਇੰਪੋਰਟੈਂਟ ਅਵਾਰਡਸ ਬਾਰੇ ਦੱਸ ਦੂੰਗੀ। ਇੱਕ ਵਿੱਚ ਮੈਂ ਤੁਹਾਨੂੰ ਕਰੰਟ ਇੰਪੋਰਟੈਂਟ ਚੀਜ਼ਾਂ ਜੋ ਸਪੋਰਟਸ ਨਾਲ ਰਿਲੇਟਡ ਪੇਪਰ 'ਚ ਆ ਸਕਦੀਆਂ ਨੇ, ਉਹ ਕਵਰ ਕਰਵਾਉਂਗੀ। ਸੇਮ ਪੈਟਰਨ ਰਹੂਗਾ ਸਿਨੇਮਾ ਐਂਡ ਲਿਟਰੇਚਰ ਦਾ। ਇੰਗਲਿਸ਼ ਦੇ 6 ਲੈਕਚਰ ਹੋਣਗੇ, ਪੰਜਾਬੀ ਦੇ 6 ਲੈਕਚਰ, ਕੰਪਿਊਟਰ ਦੇ 6 ਲੈਕਚਰ, 5 ਥਿਊਰੀ ਦੇ, ਇੱਕ ਮੇਗਾ MCQ ਲੈਕਚਰ, ਜਿਹਦੇ ਵਿੱਚ ਮੈਂ ਟਰਾਈ ਕਰੂੰਗੀ ਜਿੰਨੇ ਵੀ ਐਕਸਾਈਜ਼ ਦੇ ਅੰਦਰ ਟੌਪਿਕਸ ਨੇ ਕੰਪਿਊਟਰ ਦੇ, ਉਹ ਸਾਰਿਆਂ ਦੇ ਆਪਾਂ ਜ਼ਿਆਦਾ ਤੋਂ ਜ਼ਿਆਦਾ MCQs ਇਸ ਇੱਕ ਮੇਗਾ ਲੈਕਚਰ ਦੇ ਵਿੱਚ ਕਵਰ ਕਰ ਲਈਏ। ਲਾਸਟ ਵਿੱਚ ਗੱਲ ਕਰਾਂਗੇ ਕਰੰਟ ਅਫੇਅਰਸ ਦੀ। ਸੋ 11 ਲੈਕਚਰ ਹੋਣਗੇ। ਜਨਵਰੀ 2022 ਮਹੀਨੇ ਤੋਂ ਮੰਥਲੀ ਵੀਡੀਓ ਲੈਕਚਰਸ ਕਰੰਟ ਅਫੇਅਰ ਦੇ ਤੁਹਾਨੂੰ ਮਿਲਣਗੇ ਨਵੰਬਰ 2022 ਤੱਕ ਦੇ। ਜਿਹੜੇ ਨੋਟਸ ਨੇ, ਡੀਟੇਲਡ MCQ, ਉਹ ਤਾਂ ਮੈਂ ਤੁਹਾਨੂੰ ਅਲੱਗ ਕੰਪਲੀਟ ਕੋਰਸ ਵਿੱਚ ਪ੍ਰੋਵਾਈਡ ਕਰਵਾਉਂਗੀ। ਵੀਡੀਓ ਲੈਕਚਰ ਦੀ ਫਾਰਮ ਵਿੱਚ ਵੀ ਤੁਹਾਨੂੰ ਕਰੰਟ ਅਫੇਅਰ ਕਵਰ ਕਰਵਾਏ ਜਾਣਗੇ। ਹੁਣ ਮੈਂ ਤੁਹਾਨੂੰ ਦੱਸਦਾ ਵੀਡੀਓ ਦੀ ਡੀਟੇਲ ਕਿ ਤੁਹਾਨੂੰ ਵੀਡੀਓਜ਼ ਕਿਹੜੇ-ਕਿਹੜੇ ਲੈਕਚਰਸ ਉੱਤੇ ਮਿਲਣਗੀਆਂ, ਕਿੰਨੇ ਲੈਕਚਰ ਮਿਲਣਗੇ, ਕਿਹੜੇ-ਕਿਹੜੇ ਸਬਜੈਕਟ ਉੱਤੇ ਮਿਲੂ। ਨਾਓ ਇੰਪੋਰਟੈਂਟ ਥਿੰਗ ਜੋ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੋਣੀ ਚਾਹੀਦੀ ਹੈ ਕਿ ਇਸ ਕੋਰਸ ਵਿੱਚ ਤੁਹਾਨੂੰ ਲੈਕਚਰਸ ਕਿਵੇਂ ਪ੍ਰੋਵਾਈਡ ਕਰਵਾਏ ਜਾਣਗੇ। ਸੋ ਕੋਈ ਐਪ ਨਹੀਂ ਹੈ, ਕੋਈ ਵੈਬਸਾਈਟ ਨਹੀਂ ਹੈ, ਕਿਉਂਕਿ ਮੈਂ ਸਿੰਗਲ ਹੈਂਡਡ ਕੱਲੀ ਹੀ ਸਾਰਾ ਕੁਝ ਹੈਂਡਲ ਕਰਦੀ ਹਾਂ, ਕੋਈ ਮੇਰੀ ਟੀਮ ਨਹੀਂ ਹੈ, ਇਸ ਲਈ ਮੈਂ ਕੋਈ ਵੈਬਸਾਈਟ ਜਾਂ ਕੋਈ ਐਪ ਲਾਂਚ ਨਹੀਂ ਕਰ ਸਕਦੀ। ਕਿਉਂਕਿ ਚਾਹੇ ਕੋਈ ਨੋਟਸ ਤਿਆਰ ਕਰਨੇ ਨੇ, ਤੁਹਾਡੀ ਈਮੇਲ ਦਾ ਰਿਪਲਾਈ ਕਰਨਾ ਹੈ, ਇੰਸਟਾਗ੍ਰਾਮ ਹੈ, YouTube ਹੈਂਡਲ ਹੈ, ਵੀਡੀਓਜ਼ ਰਿਕਾਰਡ ਕਰਨੀਆਂ, ਐਡਿਟ ਕਰਨਾ, ਸਭ ਕੁਝ ਮੈਂ ਆਪ ਹੀ ਕਰਦੀ ਹਾਂ। ਸੋ ਮੇਰੇ ਲਈ ਕਾਫੀ ਡਿਫਿਕਲਟ ਹੋ ਜਾਊਗਾ ਜੇ ਮੈਂ
कोई वैबसाइट या कोई ऐप वगैरह लॉन्च करा, क्योंकि उत्थे मैनू कोई टैक्नीकल टीम चाहिए एंड आई कैन नॉट अफोर्ड एट दिस पॉइंट ऑफ टाइम ऑल दिस। सो ਜਿਹੜੇ ਲੈਕਚਰਸ ਨੇ ਇਹ ਤੁਹਾਨੂੰ YouTube ਪ੍ਰਾਈਵੇਟ ਵੀਡੀਓ ਦੀ ਫਾਰਮ ਵਿੱਚ ਮਿਲਣਗੇ। ਲੈਕਚਰ ਤੁਹਾਡੇ ਨਾਲ YouTube ਪ੍ਰਾਈਵੇਟ ਵੀਡੀਓ ਦੇ ਰੂਪ ਵਿੱਚ ਸਾਂਝੇ ਕੀਤੇ ਜਾਣਗੇ। ਡੇਲੀ ਲੈਕਚਰ ਦਾ ਲਿੰਕ ਜਿਹੜਾ ਟੈਲੀਗ੍ਰਾਮ ਪੇਡ ਬੈਚ ਗਰੁੱਪ ਮੈਂ ਬਣਾਇਆ ਹੋਇਆ ਹੈ, ਜਿਹਦੇ ਵਿੱਚ ਤੁਹਾਨੂੰ ਕੋਰਸ ਬਾਏ ਕਰਨ ਤੋਂ ਬਾਅਦ ਮੈਂ ਐਡ ਕਰੂੰਗੀ, ਉੱਥੇ ਸ਼ੇਅਰ ਕੀਤਾ ਜਾਊਗਾ। ਤੁਸੀਂ ਡਾਇਰੈਕਟਲੀ ਵੀਡੀਓ ਦੇਖ ਸਕਦੇ ਹੋ। ਜਦੋਂ ਮੈਂ ਇੱਕ ਵਾਰੀ ਅਪਲੋਡ ਕਰਤੀ ਵੀਡੀਓ, ਉਸ ਤੋਂ ਬਾਅਦ ਤੁਸੀਂ ਆਪਣੀ ਮਰਜ਼ੀ ਨਾਲ ਕਦੇ ਵੀ ਦੇਖ ਸਕਦੇ ਹੋ ਤੇ ਜਿਹੜੀ ਵੈਲਿਡਿਟੀ ਹੈ ਦਿਸ ਇਜ਼ ਫॉर ਐਵਰ। ਇਹ ਵੀਡੀਓਜ਼ ਤੁਹਾਡੇ ਨਾਲ ਹਮੇਸ਼ਾ ਲਈ ਰਹਿਣਗੀਆਂ। ਤੁਸੀਂ ਕਦੇ ਵੀ ਫਿਊਚਰ ਵਿੱਚ ਜੇ ਕੋਈ ਹੋਰ ਵੀ ਪੇਪਰ ਦੇਣਾ ਹੈ ਤਾਂ ਇਹਨਾਂ ਵੀਡੀਓਜ਼ ਨੂੰ ਦੇਖ ਸਕਦੇ ਹੋ, ਕਿਉਂਕਿ ਜਿਹੜਾ ਜੀਐਸ ਦਾ ਪਾਰਟ ਹੁੰਦਾ ਮੋਸਟਲੀ ਜਾਂ ਈਵਨ ਲੈਂਗੁਏਜ ਹੋ ਗਈ, ਇੰਗਲਿਸ਼, ਪੰਜਾਬੀ, ਕੰਪਿਊਟਰ, ਇਹ ਸਾਰਾ ਕੁਝ ਆਲਮੋਸਟ ਕਾਮਨ ਹੀ ਹੁੰਦਾ ਹੈ। ਸਿਰਫ ਤੁਹਾਡੀ ਜੋ ਈਮੇਲ ਹੈ ਜੋ ਤੁਸੀਂ ਮੈਨੂੰ ਦਵੋਗੇ ਕੋਰਸ ਖਰੀਦਣ ਤੋਂ ਬਾਅਦ, ਉਸ ਈਮੇਲ ਦੇ ਨਾਲ ਤੁਸੀਂ ਆਪਣੀ YouTube ਲੌਗਇਨ ਕਰਨੀ ਹੈ। ਸੋ ਬਾਕੀ ਤੁਸੀਂ ਹੋਰ ਕੁਝ ਵੀ ਨਹੀਂ ਕਰਨਾ। ਡਾਇਰੈਕਟਲੀ ਜਦੋਂ ਮੈਂ ਲਿੰਕ ਪਾਇਆ ਕਰੂੰਗੀ ਟੈਲੀਗ੍ਰਾਮ ਗਰੁੱਪ ਦੇ ਵਿੱਚ YouTube ਵੀਡੀਓ ਦਾ, ਤੁਸੀਂ ਇਸ ਲਿੰਕ ਨੂੰ ਓਪਨ ਕਰੋ, ਤੁਹਾਨੂੰ ਵੀਡੀਓ ਦਿਖ ਜੂਗੀ। ਸੋ ਲਾਸਟ ਵਿੱਚ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਸ ਕੋਰਸ ਵਿੱਚ ਜਿਹੜਾ ਕੰਪਲੀਟ ਕੋਰਸ ਹੈ ਉਹਦੇ ਵਿੱਚ ਤੁਹਾਨੂੰ ਕੀ ਕੀ ਮਿਲੂਗਾ। ਟੋਟਲ 80 ਵੀਡੀਓ ਲੈਕਚਰਸ ਮਿਲ ਰਹੇ ਨੇ, ਕੰਪਲੀਟ ਸਿਲੇਬਸ ਦੇ ਨੋਟਸ ਮਿਲ ਰਹੇ ਨੇ। ਜਿਹੜੇ ਵੀਡੀਓ ਲੈਕਚਰਸ ਨੇ ਉਹ ਤਾਂ ਤੁਹਾਨੂੰ ਹੌਲੀ ਹੌਲੀ ਟਾਈਮ ਟੇਬਲ ਦੇ ਅਕੋਰਡਿੰਗ ਮਿਲਦੇ ਰਹਿਣਗੇ, ਪਰ ਜਿਵੇਂ ਹੀ ਤੁਸੀਂ ਕੋਰਸ ਖਰੀਦੋਗੇ ਤੁਹਾਨੂੰ PDF ਫਾਰਮ ਦੇ ਵਿੱਚ ਇੰਗਲਿਸ਼ ਮੀਡੀਅਮ ਸਾਰੇ ਨੋਟਸ ਪੂਰੇ ਕੰਪਲੀਟ 120 ਨੰਬਰ ਦੇ ਸਿਲੇਬਸ ਉੱਤੇ ਮਿਲ ਜਾਣਗੇ, ਇਨਕਲੂਡਿੰਗ ਰੀਜ਼ਨਿੰਗ ਐਂਡ ਕੁਆਂਟ। 6 ਮੌਕ ਟੈਸਟ ਮਿਲਣਗੇ ਪ੍ਰੈਕਟਿਸ ਦੇ ਲਈ, ਬਿਲਕੁਲ ਐਗਜ਼ੈਕਟ ਐਗਜ਼ਾਮ ਪੈਟਰਨ ਨੂੰ ਧਿਆਨ 'ਚ ਰੱਖਦੇ ਹੋਏ ਇਹ ਮੌਕ ਟੈਸਟ ਤਿਆਰ ਕੀਤੇ ਹੋਏ ਨੇ। ਲੈਕਚਰ PDFs ਤੁਹਾਨੂੰ ਰਿਵੀਜ਼ਨ ਦੇ ਲਈ ਸਾਈਡ ਬਾਏ ਸਾਈਡ ਐਸ ਪਰ ਸ਼ਡਿਊਲ ਮਿਲਦੀਆਂ ਰਹਿਣਗੀਆਂ। ਜਿਵੇਂ ਹੀ ਮੈਂ ਲੈਕਚਰ ਅਪਲੋਡ ਕਰੂੰਗੀ ਟੈਲੀਗ੍ਰਾਮ ਗਰੁੱਪ ਦੇ ਵਿੱਚ, ਉਸ ਤੋਂ ਬਾਅਦ ਤੁਹਾਨੂੰ PDF ਮਿਲ ਜਾਇਆ ਕਰੂਗੀ। ਸੋ ਕਮਿੰਗ ਟੂ ਪ੍ਰਾਈਸ ਡਿਟੇਲ, ਕੰਪਲੀਟ ਕੋਰਸ ਦਾ ਇਸ ਟਾਈਮ ਪ੍ਰਾਈਸ ਹੈ ₹2999। ਓਨਲੀ ਨੋਟਸ ਵਿਦ ਮੌਕ ਟੈਸਟ, ਜੇ ਇਕੱਲੇ PDF ਫਾਰਮ ਦੇ ਨੋਟਸ ਲੈਣੇ ਨੇ ਮੌਕ ਟੈਸਟ ਨਾਲ ਤਾਂ ਪ੍ਰਾਈਸ ਹੈ ₹1499। ਇਕੱਲੇ ਵੀਡੀਓ ਲੈਕਚਰ ਲੈਣਾ ਚਾਹੁੰਦੇ ਹੋ ਵਿਦ ਲੈਕਚਰ PDF ਓਨਲੀ, ਸੋ ਉਰੇ ਤੁਹਾਨੂੰ ਕੋਈ ਡੀਟੇਲਡ ਨੋਟਸ ਨਹੀਂ ਮਿਲ ਰਹੇ, ਇਕੱਲੇ ਵੀਡੀਓ ਲੈਕਚਰਸ ਮਿਲ ਰਹੇ ਨੇ ਲੈਕਚਰ PDF ਦੇ ਨਾਲ, ਪ੍ਰਾਈਸ ਹੈ ₹2000। ਇਕੱਲੇ ਮੌਕ ਟੈਸਟ ਲੈਣੇ ਨੇ 6 PDF ਫਾਰਮਸ ਦਾ ਪ੍ਰਾਈਸ ਹੈ ₹299। ਵਨ ਮੋਰ ਇੰਪੋਰਟੈਂਟ ਥਿੰਗ, ਜਿਹੜੇ ਸਟੂਡੈਂਟ ਤਾਂ ਸਟਾਰਟਿੰਗ ਤੋਂ ਮੇਰੇ ਨਾਲ ਕੋਰਸ ਵਿੱਚ ਲੱਗਣਗੇ, ਐਨਰੋਲ ਹੋਣਗੇ, ਉਹਨਾਂ ਨੂੰ ਪ੍ਰੋਪਰ ਡੇਲੀ ਬੇਸਿਸ ਤੇ ਐਸ ਪਰ ਸ਼ਡਿਊਲ YouTube ਪ੍ਰਾਈਵੇਟ ਵੀਡੀਓ ਦਾ ਲਿੰਕ ਮਿਲਦਾ ਰਹੂਗਾ। ਪਹਿਲਾਂ ਵੀ ਕਾਫੀ ਵਾਰੀ ਹੋਇਆ ਕਿ ਸਟੂਡੈਂਟਸ 10-15 ਦਿਨ ਬਾਅਦ ਕੋਰਸ ਸਟਾਰਟ ਹੋਣ ਤੋਂ ਐਨਰੋਲ ਕਰਦੇ ਨੇ। ਆਪਣਾ ਮਾਈਂਡ ਪਹਿਲਾਂ ਹੀ ਬਣਾ ਲਓ, ਕਿਉਂਕਿ ਤੁਹਾਡੇ ਲਈ ਈਜ਼ੀ ਰਹੂਗਾ। ਬਾਅਦ ਵਿੱਚ ਕੀ ਹੁੰਦਾ ਹੈ, ਜਦੋਂ ਇੱਕ ਵਾਰੀ ਕੋਰਸ ਸਟਾਰਟ ਹੋ ਗਿਆ, ਜਿਵੇਂ 10 ਦਿਨ ਨਿਕਲ ਗਏ, ਤਾਂ 10 ਦਿਨਾਂ ਦੇ ਜਿਹੜੇ ਲੈਕਚਰ ਨੇ ਉਹ ਫਿਰ ਤੁਹਾਨੂੰ ਰਿਕਾਰਡਡ ਫਾਰਮ 'ਚ ਮਿਲਣਗੇ। ਉੱਥੇ ਕੀ ਹੁੰਦਾ, ਜਿਵੇਂ ਟੈਲੀਗ੍ਰਾਮ ਗਰੁੱਪ ਵਾਲੀਆਂ ਕੁਝ ਚੀਜ਼ਾਂ ਨੇ, ਕਿਉਂਕਿ ਇੱਕ ਪ੍ਰਾਈਵੇਟ ਗਰੁੱਪ ਹੁੰਦਾ ਉਰੇ, ਜਦੋਂ ਤੁਸੀਂ ਐਡ ਹੁੰਦੇ ਹੋ ਉਸ ਤੋਂ ਪੁਰਾਣੇ ਤੁਹਾਨੂੰ ਮੈਸੇजेस ਨਹੀਂ ਦਿਖਦੇ। ਸੋ ਜਦੋਂ ਮੈਂ ਨਾਲ ਗਾਈਡ ਕਰਦੀ ਹਾਂ ਤਾਂ ਸਟੂਡੈਂਟਸ ਦਾ ਇੱਕ ਕਨੈਕਸ਼ਨ ਬਣ ਜਾਂਦਾ, ਇੱਕ ਲਿੰਕ ਬਣ ਜਾਂਦਾ। ਸੋ ਮੈਂ ਤੁਹਾਨੂੰ ਸੁਜੈਸਟ ਕਰੂੰਗੀ ਕਿ ਸਟਾਰਟਿੰਗ ਤੋਂ ਹੀ ਜੇ ਤੁਸੀਂ ਕੋਰਸ ਵਿੱਚ ਐਨਰੋਲ ਕਰੋਗੇ ਤਾਂ ਤੁਹਾਨੂੰ ਕਨਫਿਊਜ਼ਨ ਨਹੀਂ ਹੋਊਗਾ। ਬਾਕੀ ਇਟਸ ਕੰਪਲੀਟਲੀ ਅਪ ਟੂ ਯੂ। ਜਦੋਂ ਵੀ ਤੁਸੀਂ ਕੋਰਸ ਵਿੱਚ ਐਨਰੋਲ ਹੋਵੋਗੇ, ਉਸ ਦਿਨ ਤੋਂ ਪਹਿਲਾਂ ਵਾਲੇ ਜਿੰਨੇ ਲੈਕਚਰ ਆਲਰੇਡੀ ਮੈਂ ਕਰਵਾ ਚੁੱਕੀ ਹੋਊਂਗੀ, ਉਹ ਤੁਹਾਨੂੰ ਰਿਕਾਰਡਡ ਵੀਡੀਓ ਫਾਰਮਸ ਤੁਹਾਡੀ ਈਮੇਲ ਉੱਤੇ ਮਿਲਣਗੇ, ਉਹ ਤੁਹਾਨੂੰ YouTube ਪ੍ਰਾਈਵੇਟ ਵੀਡੀਓ ਦੀ ਫਾਰਮ ਵਿੱਚ ਨਹੀਂ ਮਿਲਣਗੇ। ਸੋ ਜਿਹੜੇ ਵੀ ਸਟੂਡੈਂਟਸ ਇੰਟਰਸਟਿਡ ਨੇ, ਤੁਸੀਂ ਮੈਨੂੰ ਕੱਲ ਤੱਕ 19 ਅਕਤੂਬਰ ਤੱਕ ਇੱਕ ਈਮੇਲ ਭੇਜਣੀ ਹੈ। ਉਹਦੇ ਵਿੱਚ ਲਿਖਣਾ ਹੈ ਕਿ ਯੈਸ ਆਈ ਐਮ ਇੰਟਰਸਟਿਡ ਇਨ ਐਕਸਾਈਜ਼ ਇੰਸਪੈਕਟਰ ਕੋਰਸ, ਆਪਣਾ ਨਾਮ, ਕੰਟੈਕਟ ਨੰਬਰ, ਵਿਲੇਜ, ਸਿਟੀ ਨੇਮ। ਸੋ ਤੁਹਾਡੇ ਇੰਟਰਸਟ ਨੂੰ ਦੇਖਦੇ ਹੋਏ ਹੀ ਮੈਂ ਦੁਬਾਰਾ ਤੋਂ ਪੂਰਾ ਦਾ ਪੂਰਾ ਕੰਪਲੀਟ ਕੋਰਸ ਲਾਂਚ ਕਰੂੰਗੀ ਵਿਦ ਨਿਊ ਅਪਡੇਸ਼ਨਸ। ਸੋ ਤੁਸੀਂ ਮੈਨੂੰ ਈਮੇਲ ਭੇਜਣੀ ਹੈ on legalvictor02896@gmail.com। I will then share course schedule as soon as possible ਤੇ ਮੈਂ try ਕਰੂੰਗੀ ਕਿ by the end of this month I'll start this course so that ਆਪਣਾ almost 1 ਮਹੀਨੇ ਦੇ ਵਿੱਚ ਕੰਪਲੀਟ ਹੋ ਜਾਵੇ। So that's all for today. Thank you and good luck.